ਤੁਸੀਂ ਸੰਤ ਕਹਿ ਰਹੇ ਹੋ, ਅਸੀਂ ਨਹੀਂ ਮੰਨਦੇ। ਤੁਸੀਂ ਕਹੋਗੇ ਜਰਨੈਲ ਸਿੰਘ ਪਿੰਡਾਲੇ ਬਹੁਤ ਮਾਨ ਸੀਗੇ, DIG ਅਟਵਾਲ ਦੀ ਲਾਸ਼ ਗਿਰਾ ਦਿੰਦੇ ਹੋ। ਜਿਹੜਾ ਕਿ ਉੱਥੇ ਮੱਥਾ ਟੇਕਣ ਗਿਆ, ਜਿਹਦੇ ਹੱਥ ਦੇ ਵਿੱਚ ਦੇਗ ਹੈ, ਫਿਰ ਤੁਸੀਂ ਆਪਣੇ ਆਪ ਨੂੰ ਉਪਾਧੀ ਦਿਓ ਸੰਤ ਦੀ। ਸਾਡੇ ਵਰਗੇ ਹਿੰਦੂ ਸੰਗਠਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜਿਹੜੇ ਲੋਕ ਭੀਖ ਮੰਗ ਰਹੇ ਆ ਹਨੂੰਮਾਨ ਜੀ ਦਾ ਜਾਂ ਸਨੀ ਜੀ ਦਾ ਰੂਪ ਲੈ ਕੇ, ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਮੁਸਲਮਾਨਾਂ ਨੂੰ ਜਿੰਦਾ ਜਲਾ ਦਿੱਤਾ ਜਾਏਗਾ। ਅਸੀਂ ਕਿਤੇ ਵੀ ਨਹੀਂ ਕਿਹਾ। ਚਾਹੁੰਦਾ ਕਿ ਜਿਹੜਾ ਦਿੱਲੀ ਦੇ ਵਿੱਚ ਜਹਾਂਗੀਰਪੁਰੀ ਦੇ ਵਿੱਚ ਔਰ ਖਾਸ ਕਰਕੇ ਰਾਜਸਥਾਨ ਦੇ ਕਰੋਲੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਖਰਗੋਨ ਦੇ ਵਿੱਚ ਰਾਮਨੌਮੀ ਜੀ ਦੀ ਸ਼ੋਭਾ ਯਾਤਰਾ 'ਤੇ ਔਰ ਸ੍ਰੀ ਹਨੂੰਮਾਨ ਜੀ ਦੇ ਜਨਮ ਮਹਾਉਤਸਵ ਦੇ ਸ਼ੁਭ ਅਵਸਰ 'ਤੇ ਜਿਹੜੀ ਸ਼ੋਭਾ ਯਾਤਰਾ ਨਿਕਲੀ, ਉਹਨਾਂ ਦੇ ਮਸਜਿਦ ਦੇ ਸਾਹਮਣੇ ਪਹੁੰਚਣ 'ਤੇ ਜਿਹੜੇ ਕੱਟੜਪੰਥੀ ਮੁਸਲਮਾਨਾਂ ਨੇ ਹਮਲਾ ਕੀਤਾ, ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਹਿੰਦੂ ਬਹੁਤ ਸੰਖਿਅਕ ਹੋ ਕੇ ਜਦੋਂ ਤਾਜੀਏ ਦਾ ਜਲੂਸ ਨਿਕਲਦਾ ਹੈ, ਮੁਹਰਮ ਦਾ ਜਲੂਸ ਨਿਕਲਦਾ ਹੈ, ਜਾਂ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਧਾਰਮਿਕ ਯਾਤਰਾ ਨਿਕਲਦੀ ਹੈ, ਤਾਂ ਹਿੰਦੂਆਂ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ। ਹਿੰਦੂ ਕੋਈ ਵੀ ਪਥਰਾਵਬਾਜ਼ੀ ਨਹੀਂ ਕਰਦੇ, ਕੋਈ ਉਹਦੇ ਉੱਤੇ ਅਸੀਂ ਛੇੜਖਾਨੀ ਨਹੀਂ ਕਰਦੇ, ਕਿਸੇ ਪ੍ਰਕਾਰ ਦਾ ਉਹਦਾ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਨਹੀਂ ਹੁੰਦੀ। ਅਤੇ ਕਿਉਂ ਇਸ ਦੇਸ਼ ਦੇ ਅੰਦਰ ਬਹੁਤ ਸੰਖਿਅਕ ਹੋਣ ਦੇ ਬਾਵਜੂਦ ਵੀ ਹਿੰਦੂ ਜਿਹੜੇ ਹੈ ਆਪਣੇ ਜਿਹੜੇ ਧਰਮ ਇਸ਼ਟ ਹੈ, ਜਿਹੜੇ ਸਾਡੇ ਭਗਵਾਨ ਹੈ, ਉਹਨਾਂ ਦੀ ਅਸੀਂ ਸ਼ੋਭਾ ਯਾਤਰਾ ਨਹੀਂ ਕੱਢ ਸਕਦੇ। ਤਾਂ ਸ਼ਿਵ ਸੈਨਾ ਹਿੰਦੁਸਤਾਨ ਨੇ ਚੇਤਾਵਨੀ ਦੇਣਾ ਚਾਹੁੰਦੇ ਆ ਉਹਨਾਂ ਕੱਟੜਪੰਥੀ ਮੁਸਲਮਾਨਾਂ ਨੂੰ, ਓਬੀਸੀ ਨੂੰ, ਕਿ ਅਗਰ ਇਸ ਤਰ੍ਹਾਂ ਦੇ ਜਿਹੜੇ ਵਰਤੀਰੇ ਦੇ ਵਿੱਚ ਸੁਧਾਰ ਨਹੀਂ ਹੋਇਆ ਤਾਂ ਫਿਰ ਸ਼ਿਵ ਸੈਨਾ ਹਿੰਦੁਸਤਾਨ ਨੂੰ ਸਖਤ ਤਰੀਕੇ ਦੇ ਨਾਲ ਪੇਸ਼ ਆਉਣਾ ਪਏਗਾ। ਔਰ ਅਸੀਂ ਮੋਦੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਮਾਮਲਿਆਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਮਾਨਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਦਾ ਜਿਹੜਾ ਤਰੀਕਾ ਹੈ, ਬੁਲਡੋਜ਼ਰ ਦਾ ਤਰੀਕਾ, ਉਸ ਤਰੀਕੇ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਕਿਉਂਕਿ ਇੱਕ ਤਾਂ ਇਲੀਗਲ ਤੁਸੀਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਲਓ, ਇਲੀਗਲ ਤੌਰ 'ਤੇ ਬੰਗਲਾਦੇਸ਼ੀ ਮੁਸਲਮਾਨ ਇਸ ਹਿੰਦੁਸਤਾਨ 'ਚ ਆ ਜਾਣ, ਔਰ ਜਿਹੜਾ ਸ਼ੋਭਾ ਯਾਤਰਾਵਾਂ ਜਿਹੜੀਆਂ ਨਿਕਲਣ ਉਹਦੇ ਉੱਤੇ ਬੰਗਲਾਦੇਸ਼ੀ ਮੁਸਲਮਾਨ ਆ ਕੇ ਹਮਲਾ ਕਰਨ, ਇਹ ਹਿੰਦੁਸਤਾਨ 'ਚ ਕਤਈ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਟੀਮ ਮੇਰੀ ਅਗਵਾਈ ਦੇ ਵਿੱਚ ਜਲਦੀ ਅਸੀਂ ਦਿੱਲੀ ਦੀ ਜਹਾਂਗੀਰਪੁਰੀ ਦੀ ਯਾਤਰਾ ਕਰਾਂਗੇ, ਉੱਥੇ ਜਾਵਾਂਗੇ ਔਰ ਜਿਹੜੇ ਹਿੰਦੂ ਭਾਈਚਾਰੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਾਂਗੇ। ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਮਿਲ ਕੇ ਅਸੀਂ ਇਹ ਮੰਗ ਕਰਾਂਗੇ ਕਿ ਜਿਹੜਾ ਉੱਤਰ ਪ੍ਰਦੇਸ਼ ਦਾ ਤਰੀਕਾ ਹੈ, ਜਿਹੜਾ ਸ਼ਿਵਰਾਜ ਚੌਹਾਨ ਜੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਦਾ ਤਰੀਕਾ, ਉਹਦੇ ਅਸੀਂ ਪ੍ਰੋੜਤਾ ਕਰਦੇ ਹਾਂ, ਉਹਦਾ ਸਵਾਗਤ ਕਰਦੇ ਹਾਂ। ਇਸ ਤਰੀਕੇ ਦੇ ਨਾਲ ਹੀ ਇਹ ਜਿਹੜੇ ਦੇਸ਼ ਵਿਰੋਧੀ ਤਾਕਤਾਂ ਅਨਸਰ, ਇਹਨਾਂ 'ਤੇ ਨਕੇਲ ਕੱਸੀ ਜਾਣੀ ਚਾਹੀਦੀ ਹੈ। ਪ੍ਰਧਾਨ ਜੀ, ਜਿਵੇਂ ਤੁਸੀਂ ਬਿਆਨਬਾਜ਼ੀ ਕਰਦੇ ਹੋ, ਆਪਦੇ ਹਿੰਦੂ ਧਰਮ ਵਾਸਤੇ ਕਰਦੇ ਹੋ, ਕੁਝ ਮੁਸਲਿਮ ਲੀਡਰ ਹੁੰਦੇ ਨੇ ਉਹ ਵੀ ਆਪਦੇ ਧਰਮ ਵਾਸਤੇ ਕਰਦੇ ਹੋ, ਜਾਂ ਹੋਰ ਅੱਡ-ਅੱਡ ਧਰਮਾਂ ਦੇ ਲੋਕ ਅੱਡ-ਅੱਡ ਬਿਆਨਬਾਜ਼ੀ ਕਰਦੇ ਨੇ। ਤੁਹਾਨੂੰ ਲੱਗਦਾ ਵੀ ਜੇ ਇਹ ਕਿਹਾ ਜਾਵੇ ਕਿ ਇਹ ਜਿਹੜੇ ਲੀਡਰ ਨੇ ਲੋਕਾਂ ਨੂੰ ਆਪਸ ਵਿੱਚ ਪਾੜਦੇ ਨੇ, ਅਤੇ ਇਹ ਅੰਦਰੋਂ ਹੀ ਪਹਿਲਾਂ ਵੱਡਾ ਖਤਰਾ ਲੀਡਰ ਹੀ ਨੇ? ਨਹੀਂ, ਹਿੰਦੂ ਲੀਡਰਾਂ ਨੇ ਕਦ ਕਿਹਾ ਕਿ ਮੁਹਰਮ ਦਾ ਜਲੂਸ ਆਇਆ ਤਾਂ ਉੱਤੇ ਪੱਥਰ ਮਾਰ ਦਿਓ? ਹਿੰਦੂ ਲੀਡਰਾਂ ਨੇ ਕਿਹੜੀ ਛੱਤ ਦੇ ਉੱਤੇ ਪੱਥਰ ਜਮ੍ਹਾਂ ਕਰ ਲਏ, ਤੇਜ਼ਾਬ ਜਮ੍ਹਾਂ ਕਰ ਲਏ? ਜੇ ਅਸੀਂ ਇਹ ਕਹਿ ਰਹੇ ਹਾਂ ਕਿ ਮੁਹਰਮ ਦਾ ਜਲੂਸ ਸ਼ਾਂਤੀ ਨਾਲ ਨਿਕਲ ਸਕਦਾ ਹੈ, ਈਦ ਮਿਲਨ ਦਾ ਜਲੂਸ ਸ਼ਾਂਤੀ ਨਾਲ ਨਿਕਲ ਸਕਦਾ ਹੈ, ਅਤੇ ਰਾਮਨੌਮੀ ਦੀ ਸ਼ੋਭਾ ਯਾਤਰਾ ਦਾ ਸ਼ੋਭਾ ਯਾਤਰਾ ਕਿਉਂ ਨਹੀਂ ਨਿਕਲ ਸਕਦੀ? ਹਨੂੰਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ ਕਿਉਂ ਨਹੀਂ ਨਿਕਲ ਸਕਦੀ? ਇਹ ਨਹੀਂ ਕਹਿ ਰਹੇ ਆਖੇ ਇਸ ਤਰ੍ਹਾਂ ਮੇਰੇ ਕਹਿਣ ਵੱਲੋਂ ਜਿਵੇਂ ਜਿਹੜੇ ਅਲਫਾਜ਼ ਹੁੰਦੇ ਨੇ, ਚੇਤਾਵਨੀ ਦਿੰਦੇ ਆ, ਅਸੀਂ ਇੰਝ ਕਰ ਦਿਆਂਗੇ, ਉਹ ਕਰ ਦਿਆਂਗੇ, ਮਤਲਬ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈਗੀ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬੋਲ ਰਹੇ ਹੋ, ਹੋਰ ਕਿੱਥੇ ਰਿਲੇਟਡ ਬੋਲਦੇ ਆ ਓਵੈਸੀ ਦੀ ਚੇਤਾਵਨੀ। ਦੇਖੋ ਓਵੈਸੀ ਕੀ ਕਹਿ ਰਿਹਾ, ਓਵੈਸੀ ਇਹ ਕਹਿ ਰਿਹਾ ਹੈਗਾ ਕਿ ਤੁਸੀਂ ਬੁਲਡੋਜ਼ਰ ਕੇਵਲ ਅਬਦੁਲ ਔਰ ਅਰਸ਼ਦ ਦੇ ਘਰ ਦੇ ਉੱਤੇ ਚਲਾ ਰਹੇ ਹੋ, ਠੀਕ ਹੈ, ਰਾਕੇਸ਼ 'ਤੇ ਔਰ ਦੂਸਰੇ 'ਤੇ ਨਹੀਂ ਚੱਲ ਰਿਹਾ। ਉਹਦੀ ਜਦੋਂ ਛਾਣਬੀਨ ਕੀਤੀ ਗਈ, ਸਭ ਤੋਂ ਪਹਿਲਾਂ ਫਲਾਂ ਦੀ ਰੇਹੜੀ ਜਿਹੜੀ ਹਿੰਦੂ ਦੀ ਤੋੜੀ ਉਹਨਾਂ ਨੇ। ਕਹਿਣ ਦਾ ਮਤਲਬ ਇਹ ਹੈ ਵੀ ਜੇ ਅਬਦੁਲ ਔਰ ਅਹਿਮਦ ਦੇ ਛੱਤ ਦੇ ਉੱਤੋਂ ਪੱਥਰ ਫਰਸਣਗੇ, ਤੇਜ਼ਾਬ ਦੀਆਂ ਬੋਤਲਾਂ ਵਰਸਣਗੀਆਂ, ਅਤੇ ਉਹ ਦੀਪ ਚੰਦ ਦੇ ਘਰ ਦੇ ਉੱਤੇ ਕਿਵੇਂ ਬੁਲਡੋਜ਼ਰ ਚੱਲ ਜੂਗਾ? ਜਿਹੜਾ ਕ੍ਰਾਈਮ ਕਰੇਗਾ ਸਰਕਾਰ ਜਾਂ ਕਾਨੂੰਨ ਤਾਂ ਉਹਨਾਂ ਨਾਲ ਹੀ ਨਜਿੱਠੇਗੀ। ਤੁਸੀਂ ਸੁਪਰੀਮ ਕੋਰਟ 'ਚ ਇੱਕਦਮ ਚਲੇ ਗਏ, ਸੁਪਰੀਮ ਕੋਰਟ ਦਾ ਸਹਾਰਾ ਲੈ ਲਿਆ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਾਨੂੰਨ 'ਤੇ ਸਾਨੂੰ ਵਿਸ਼ਵਾਸ ਹੀ ਨਹੀਂ ਹੈ। ਜਦ ਤੁਹਾਡੇ 'ਤੇ ਪੈਂਦੀ ਹੈ ਫਿਰ ਤੁਸੀਂ ਕਾਨੂੰਨ ਦੀ ਸ਼ਰਨ 'ਚ, ਉੱਦਾਂ ਤੁਹਾਨੂੰ ਹਿੰਦੁਸਤਾਨ ਦਾ ਕਾਨੂੰਨ ਠੀਕ ਨਹੀਂ ਲੱਗ ਰਿਹਾ। ਤੁਸੀਂ ਕਹਿ ਰਹੇ ਹੋ ਠੀਕ ਹੈ, ਮਤਲਬ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ, ਕੋਈ ਨਾ ਕੋਈ ਇਸ਼ੂ ਲੈ ਕੇ ਹੁੰਦੀ ਹੈ। ਇੱਕ ਵੀਡੀਓ ਮੇਰੇ ਸਾਹਮਣੇ ਆਇਆ ਸੀ ਅੱਜ ਕੱਲ੍ਹ ਸੀ, ਉਸ 'ਚੋਂ ਕਹਿ ਰਿਹਾ ਸੀ, ਕਹਿੰਦਾ ਵੀ ਜਿਹੜੇ ਉੱਥੇ 30 ਸਾਲ ਪਤਾ ਨਹੀਂ 300 ਸਾਲ ਰਾਮ ਜੀ ਤੰਬੂ 'ਚ ਰਹੇ ਨੇ, ਅਤੇ ਹੁਣ ਜੇ ਫੈਸਲਾ ਹੋਇਆ ਤਾਂ ਮੈਂ ਮੋਦੀ ਨੂੰ ਮਤਲਬ ਮੰਨਦਾ ਕਿ ਰਾਮ ਅਤੇ ਸੀਤਾ ਦਾ ਜਿਹੜਾ ਘਰ ਬਣਾਇਆ ਉਹ ਮੋਦੀ ਨੇ ਬਣਾਇਆ, ਅਤੇ ਉਹ ਹਨੂੰਮਾਨ ਜੀ ਦਾ ਅਵਤਾਰ ਨੇ ਜਿਹੜੇ ਕਿ ਇੱਥੇ ਤੱਕ ਆਏ।
ਵੀ ਉਹਨਾਂ ਦਾ ਜਿਹੜਾ ਘਰ ਬਣਾਇਆ, ਤਾਂ ਤੁਹਾਨੂੰ ਲੱਗਦਾ ਵੀ ਇਹੋ ਜਿਹੀ ਬਿਆਨਬਾਜ਼ੀ ਨਾਲ ਕੀ ਰਾਮ ਸੀਤਾ ਨੂੰ ਘਰ ਦੀ ਲੋੜ ਹੈ ਜਾਂ ਮੰਦਿਰ ਦੀ ਲੋੜ ਹੈ? ਦੇਖੋ, ਆਪਾਂ ਕਹਿ ਸਕਦੇ ਹਾਂ ਵੀ ਕੋਈ ਵੀ ਪੈਗੰਬਰ ਹੈ, ਦੇਵੀ ਦੇਵਤਾ ਹੈ, ਉਹਦਾ ਮੰਦਿਰ ਤਾਂ ਬਣਦਾ ਹੀ ਹੈ, ਉਹਦੇ ਗੁਰਦੁਆਰੇ ਤਾਂ ਬਣਦੇ ਹੀ ਹੈ। ਕਿਆ ਕਿਸੇ ਵੀ ਪੈਗੰਬਰ ਨੂੰ ਜਾਂ ਦੇਵੀ ਦੇਵਤਾ ਨੂੰ ਜਾਂ ਗੁਰੂ ਸਾਹਿਬਾਨਾਂ ਨੂੰ ਘਰ ਦੀ ਲੋੜ ਹੈ? ਇਹ ਸਾਡੀ ਆਸਥਾ ਦਾ ਪ੍ਰਤੀਕ ਹੈ। ਜੇ ਨਨਕਾਣਾ ਸਾਹਿਬ ਦਾ ਰਾਹ ਬੰਦ ਸੀਗਾ ਤੇ ਇਹ ਸਰਦਾ ਔਰ ਆਸਥਾ ਦਾ ਪ੍ਰਤੀਕ ਸੀਗਾ। ਲੋਕਾਂ ਨੇ ਕਿਹਾ ਨਨਕਾਣਾ ਸਾਹਿਬ ਦਾ ਰਾਹ ਖੁੱਲ੍ਹਣਾ ਚਾਹੀਦਾ। ਉਸੇ ਲਹਿਜੇ 'ਚ ਮੋਦੀ ਦੀ ਤੁਲਨਾ ਹਨੂੰਮਾਨ ਜੀ ਨਾਲ ਕਰਨਾ, ਉਹ ਨਹੀਂ ਲੱਗਦਾ? ਨਹੀਂ, ਦੇਖੋ, ਜਿਸ ਨੇ ਤੁਲਨਾ ਕੀਤੀ ਹੈ ਉਹਦੀ ਸ਼ਰਧਾ ਉਸ ਪ੍ਰਕਾਰ ਦੀ ਹੋਏਗੀ। ਉਹਨੇ ਕਿਹਾ ਵੀ ਭਗਵਾਨ ਰਾਮ ਜੀ ਦੇ ਮੰਦਿਰ ਦੇ ਲਈ ਇੰਨਾ ਵੱਡਾ ਸੰਘਰਸ਼ ਚੱਲਿਆ, ਮੋਦੀ ਦੇ ਕਾਰਜਕਾਲ 'ਚ ਉਹਦੇ ਪ੍ਰਯਤਨਾਂ ਨਾਲ ਇਹ ਬਣਿਆ, ਤੇ ਉਹ ਹਨੂੰਮਾਨ ਜੀ ਜੈਸੀ ਸੇਵਾ ਕਰਨ ਦੇ ਹੱਕਦਾਰ ਹੈ। ਉਹਦੇ ਅਰਥ ਇਹ ਵੀ ਹੋ ਸਕਦੇ, ਕੋਈ ਜ਼ਰੂਰੀ ਨਹੀਂ ਉਹਨੇ ਕਿਹਾ ਵੀ ਹਨੂੰਮਾਨ ਜੀ ਹੈ। ਉਹਨੇ ਕਿਹਾ ਹਨੂੰਮਾਨ ਜੀ ਜੈਸਾ ਕਾਰਜ ਕੀਤਾ ਹੈਗਾ ਬੜਾ ਪ੍ਰਸ਼ੰਸਨੀय ਹੈ, ਔਰ ਇਹ ਠੀਕ ਹੈ। ਇਹ 'ਚ ਗਲਤ ਕੀ ਹੈ ਵੀ ਜਿੰਨੀਆਂ ਵੀ ਸਰਕਾਰਾਂ ਆਈਆਂ, ਲੋਕ ਭਗਵਾਨ ਰਾਮ ਜੀ ਨੂੰ ਕਾਲਪਨਿਕ ਦੱਸਦੇ ਰਹੇ, ਭਗਵਾਨ ਰਾਮ ਜੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਉਠਾਉਂਦੇ ਰਹੇ, ਤੇ ਇਸ ਸਰਕਾਰ ਨੇ ਉਸ ਦਿਸ਼ਾ ਵਿੱਚ ਪ੍ਰਯਤਨ ਕੀਤਾ ਕਿ ਰਾਮ ਜੀ ਦੇ ਮੰਦਿਰ ਦਾ ਮਸਲਾ ਸੌਹਾਰਦ ਤਰੀਕੇ ਨਾਲ, ਸ਼ਾਂਤੀ ਨਾਲ, ਭਾਈਚਾਰੇ ਨਾਲ ਨਿਕਲੇ, ਕਾਨੂੰਨੀ ਤਰੀਕੇ ਨਾਲ ਨਿਕਲੇ, ਤੇ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੀ ਵਿਵਸਥਾ ਦੇ ਵਿੱਚ ਇਹ ਫੈਸਲਾ ਹੋਇਆ, ਤੇ ਉਹ ਸਵਾਗਤਯੋਗ ਸੀ। ਮੋਦੀ ਜੀ ਦਾ ਉਹਦੇ ਵਿੱਚ ਯੋਗਦਾਨ ਹੈ। ਜੇ ਦੇਸ਼ ਦੇ ਗ੍ਰਹਿ ਮੰਤਰੀ ਇਹ ਕਹਿੰਦੇ ਹੈ ਕਿ ਕਸ਼ਮੀਰ ਦਾ ਮਸਲਾ ਹੱਲ ਹੋਣਾ ਚਾਹੀਦਾ, ਅਸੀਂ ਜਜ਼ਬਾਤੀ ਤੌਰ 'ਤੇ ਜੁੜੇ ਹੋਏ ਹਾਂ, ਤੇ ਇੱਕ ਅੱਛੀ ਗੱਲ ਹੈ ਵੀ ਕਸ਼ਮੀਰੀ ਪੰਡਤਾਂ ਨੂੰ, ਪੰਡਤ ਕਹਿੰਦੇ ਵੈਸੇ ਤਾਂ ਹਿੰਦੂ ਹੈ, ਉਹਨਾਂ ਨੂੰ ਉੱਥੇ ਮਾਰ ਕੇ ਖਦੇੜ ਕੇ ਬਾਹਰ ਕੱਢ ਦਿੱਤਾ ਗਿਆ। ਕਿਸੇ ਇੱਕ ਬੰਦੇ ਨੇ ਵੀ ਉਹਨਾਂ ਦੀ ਆਵਾਜ਼ ਨਹੀਂ ਚੁੱਕੀ। ਜੇ ਇਸ ਸਰਕਾਰ 'ਚ ਕਸ਼ਮੀਰ ਫਾਈਲ ਬਣਦੇ ਉੱਤੇ ਵੀ ਸਵਾਲ ਹੈ। ਤੁਹਾਡੇ ਜ਼ਖਮਾਂ ਦੀ ਦਾਸਤਾਨ ਅਗਰ ਜਨਤਾ ਦੇ ਵਿੱਚ ਆ ਜਾਏ, ਉੱਥੇ ਵੀ ਸਵਾਲ ਹੈ ਵੀ ਇਹ ਬੀਜੇਪੀ ਨੇ ਕੀਤਾ। ਬੀਜੇਪੀ ਨੇ ਕਿਉਂ ਕੀਤਾ? ਮਾਹੌਲ ਬਣਿਆ, ਵਾਤਾਵਰਨ ਬਣਿਆ, ਲੋਕ ਜਾਗਰੂਕ ਹੋਏ, ਔਰ ਲੋਕਾਂ ਨੇ ਦੱਸਿਆ ਵੀ ਇਹ ਵੈਲੀ ਦੇ ਅੰਦਰ ਹੋ ਰਿਹਾ ਸੀ। ਕਿਸੇ ਵੀ ਮੁਸਲਿਮ ਲੀਡਰ ਨੇ, ਉੱਥੇ ਦੇ ਪੋਲੀਟੀਸ਼ੀਅਨ ਨੇ ਗੱਲ ਨਹੀਂ ਕੀਤੀ। ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਅਸੀਂ ਲਗਭਗ 15 ਸਾਲ ਤੋਂ ਲੜ ਰਹੇ ਹਾਂ ਕਿ ਤੁਸੀਂ 1984 ਦੇ ਦੰਗਾ ਪੀੜਤਾਂ ਨੂੰ ਜੋ ਸਹਾਇਤਾ ਮੁਆਵਜ਼ਾ ਦਿੱਤਾ, ਉਹ 35,000 ਜਿਹੜੇ ਅੱਤਵਾਦ ਪੀੜਿਤ ਹਿੰਦੂ ਹੈ, ਜਿਨ੍ਹਾਂ ਨੂੰ ਬੱਸਾਂ 'ਚ ਉਤਾਰ ਕੇ ਮਾਰਿਆ ਗਿਆ, ਜਿਨ੍ਹਾਂ ਨੂੰ ਦੁਕਾਨਾਂ 'ਤੇ ਮਾਰਿਆ ਗਿਆ, ਜਿਨ੍ਹਾਂ ਨੂੰ ਕਾਰੋਬਾਰੀ ਜਗ੍ਹਾ 'ਤੇ ਮਾਰਿਆ ਗਿਆ, ਉਹਨਾਂ ਨੂੰ ਵੀ ਉਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇ। ਠੀਕ ਹੈ, ਜਿਵੇਂ ਹੁਣ ਤੁਸੀਂ ਹਿੰਦੂ ਧਰਮ ਦੀ, ਮਤਲਬ ਤੁਸੀਂ ਜਾਂ ਹੋਰ ਲੀਡਰ ਹਿੰਦੂ ਧਰਮ ਦੀ ਰੱਖਿਆ ਦੀ ਗੱਲ ਕਰਦੇ ਨੇ, ਠੀਕ ਹੈ, ਬਟ ਜੇ ਸਿੱਖ ਧਰਮ ਦੇ ਵਿੱਚ ਬੱਚਿਆਂ ਨੂੰ ਜਾਂ ਹਰੇਕ ਧਾਰਮਿਕ ਬੰਦੇ ਨੂੰ ਇਹ ਸਿਖਾਇਆ ਜਾਂਦਾ ਕਿ ਸਾਡੇ ਗੁਰੂ ਸਾਹਿਬਾਨ ਦੀ ਕੋਈ ਨਕਲ ਨਹੀਂ ਕਰ ਸਕਦਾ, ਕੋਈ ਉਹਨਾਂ ਦਾ ਰੂਪ ਨਹੀਂ ਧਾਰ ਸਕਦਾ, ਪਰ ਹਿੰਦੂ ਧਰਮ ਦੇ ਵਿੱਚ ਕੋਈ ਰੋਕ ਨਹੀਂ। ਬੱਚਿਆਂ ਨੂੰ ਕੀ ਇਹ ਸਿੱਖਿਆ ਦੇਣ ਦੀ ਲੋੜ ਨਹੀਂ ਕਿ ਉਹ ਦੇਵੀ ਦੇਵਤਿਆਂ ਦਾ ਰੂਪ ਨਹੀਂ ਧਾਰਿਆ ਜਾ ਸਕਦਾ? ਦੇਖੋ, ਕਾਫੀ ਜਾਗਰਤੀ ਆ ਰਹੀ ਹੈ, ਉਸ ਲੈਵਲ 'ਤੇ ਕੋਸ਼ਿਸ਼ ਹੋ ਰਹੀ ਹੈ। ਜਿਵੇਂ ਜਾਗਰਣ 'ਚ ਲੋਕ ਪਹਿਲਾਂ ਝਾਕੀਆਂ ਬਣਾਉਂਦੇ ਸੀ, ਹੁਣ ਲੋਕੀ ਨਹੀਂ, ਮਤਲਬ ਉਸ ਮਾਮਲੇ 'ਚ ਜਾਗਰੂਕਤਾ ਆ ਰਹੀ ਹੈ। ਬਹੁਤ ਪਟਿਆਲੇ ਵਾਲੀ ਸਾਈਡ 'ਤੇ ਘਟਿਆ, ਠੀਕ ਹੈ ਨਾ। ਜਾਗਰਣ ਦੇ ਵਿੱਚ ਇੱਕ ਬੱਚੀ ਨੂੰ ਮਾਤਾ ਦਾ ਰੂਪ ਧਰਿਆ ਜਾਂਦਾ, ਉਹ ਕਿਸੇ ਹੱਦ ਤੱਕ ਜਾਇਜ਼ ਵੀ ਹੈ ਵੀ ਚਲੋ ਆਪਾਂ ਕਹਿੰਦੇ ਕਿ ਬੱਚੇ ਰੱਬ ਦਾ ਰੂਪ ਹੁੰਦੇ ਆ। ਇੱਥੇ ਤਾਂ ਬਾਜ਼ਾਰਾਂ ਦੇ ਵਿੱਚ ਰੱਬ ਦਾ ਰੂਪ ਧਾਰ ਕੇ ਮਤਲਬ ਜਿਹੜੇ ਬੰਦੇ ਆ ਭੀਖ ਮੰਗਦੇ ਫਿਰਦੇ। ਦੇਖੋ, ਇਸ ਮਾਮਲੇ 'ਚ ਹਿੰਦੂ ਸੰਗਠਨਾਂ ਨੂੰ, ਸਾਡੇ ਵਰਗੇ ਹਿੰਦੂ ਸੰਗਠਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ, ਅੱਗੇ ਆਉਣਾ ਚਾਹੀਦਾ। ਜਿਹੜੇ ਲੋਕ ਭੀਖ ਮੰਗ ਰਹੇ ਆ ਹਨੂੰਮਾਨ ਜੀ ਦਾ ਜਾਂ ਸਨੀ ਜੀ ਦਾ ਰੂਪ ਲੈ ਕੇ ਜਾਂ ਕਿਸੇ ਹੋਰ ਦਾ, ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਆਪਣੇ ਸੰਗਠਨ ਨੂੰ ਵੀ ਕਹਾਂਗਾ, ਔਰ ਦੂਜੇ ਹਿੰਦੂ ਸੰਗਠਨਾਂ ਨੂੰ ਵੀ ਅਸੀਂ ਕਹਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਵੀ ਲੋਕ ਭੇਖ ਧਾਰੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇ ਮੈਂ ਇਹ ਕਹਾਂ ਕਿ ਗਲਤ ਹੈ ਇਹ ਕਿ ਜਿਹੜੀਆਂ ਹਿੰਦੂ ਜਥੇਬੰਦੀਆਂ ਛੋਟੀਆਂ ਵੱਡੀਆਂ ਬਣਦੀਆਂ, ਮਤਲਬ ਸਿਰਸਾ ਨੇ ਲਾ ਲਓ ਕਿੰਨੀਆਂ ਬਣ ਗਈਆਂ ਪੰਜਾਬ ਦੇ ਅੰਦਰ ਵੀ, ਮਤਲਬ ਦੇਸ਼ ਦੇ ਅੰਦਰ ਵੀ, ਉਹ ਸਿਰਫ ਇੱਕ ਚੌਧਰ ਦਾ ਮਾਮਲਾ ਹੈਗਾ, ਜਾਂ ਕਿ ਕਿਸੇ ਧਰਮ ਦੀ ਰੱਖਿਆ ਦਾ ਜਾਂ ਧਰਮ ਦੇ ਪ੍ਰਚਾਰ ਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਾਫੀ ਹੱਦ ਤੱਕ ਠੀਕ ਹੈ, ਸਾਰਿਆਂ 'ਤੇ ਲਾਗੂ ਨਹੀਂ ਹੁੰਦੀ, ਲੇਕਿਨ 80-90% ਉਹ ਗੱਲ ਠੀਕ ਹੈ। ਠੀਕ ਹੈ, ਬਿਲਕੁਲ ਠੀਕ ਹੈ। ਜਿਹੜੀ ਗਰਮ ਖਿਆਲੀ ਆ ਉਹ ਹਿੰਦੂ ਸੰਗਠਨਾਂ 'ਚ ਵੀ ਹੈ ਤੇ ਸਿੱਖ ਸੰਗਠਨਾਂ 'ਚ ਵੀ ਹੈ, ਇੱਧਰ ਉੱਧਰ ਟਕਰਾਅ ਦਾ ਮਾਹੌਲ। ਦੇਖੋ, ਗਰਮ ਖਿਆਲੀ ਹੋਣਾ ਕੋਈ ਗਲਤ ਨਹੀਂ ਹੈ। ਜਦੋਂ ਦੇਸ਼ ਦੀ ਮੂਵਮੈਂਟ ਚੱਲ ਰਹੀ ਸੀ ਉਦੋਂ ਵੀ ਨਰਮ ਔਰ ਗਰਮ ਖਿਆਲੀ ਸੀਗੇ, ਲੇਕਿਨ ਗਰਮ ਖਿਆਲੀ ਆਪਣੀ ਗੱਲ ਜਿਹੜੀ ਕਹਿ ਰਹੇ, ਆਪਣੀ ਜਿਹੜੀ ਭਾਸ਼ਾ ਉਹ ਕਿਆ ਸੰਵਿਧਾਨ ਦੇ ਦਾਇਰੇ 'ਚ ਹੈ, ਉਹ ਆਪਣੇ ਧਰਮ ਦੀ ਮਰਿਆਦਾ 'ਚ ਗੱਲ ਕਰ ਰਹੇ ਤਾਂ ਬਿਲਕੁਲ ਠੀਕ ਹੈ। ਅਸੀਂ ਕੋਈ ਨਹੀਂ ਕਿਹਾ ਕਿ ਮੁਸਲਮਾਨਾਂ ਨੂੰ ਜਿੰਦਾ ਜਲਾ ਦਿੱਤਾ ਜਾਏਗਾ, ਅਸੀਂ ਕਿਤੇ ਵੀ ਨਹੀਂ ਕਿਹਾ ਕਿ ਮਸਜਿਦ ਨੂੰ ਤੋੜ ਦਿੱਤਾ ਜਾਏਗਾ। ਅਸੀਂ ਇਹ ਗੱਲ ਕਹੀ ਕਿ ਜਦੋਂ ਅਲਪ ਸੰਖਿਅਕ ਵਰਗ ਦੇਸ਼ ਦੇ ਅੰਦਰ ਆਪਣੇ ਧਰਮ ਦੀ ਯਾਤਰਾ ਸ਼ਾਂਤੀ ਨਾਲ ਕੱਢ ਸਕਦੇ ਹੈ, ਬਹੁ ਸੰਖਿਅਕ ਹਿੰਦੂ ਵਰਗ ਉਹਨਾਂ 'ਤੇ ਹਮਲਾ ਨਹੀਂ ਕਰਦਾ, ਤੇ ਐਸਾ ਕਿਹੜਾ ਕਾਰਨ ਹੈ ਕਿ ਜਿੱਥੇ ਉਹਨਾਂ ਦੀ ਆਬਾਦੀ ਜ਼ਿਆਦਾ ਹੈ, ਉਹਨਾਂ ਦੇ ਮਸਜਿਦ ਦੇ ਅੱਗੇ ਜੇ ਰਾਮ ਨੌਮੀ ਦੀ ਸ਼ੋਭਾ ਯਾਤਰਾ ਨਿਕਲਦੀ ਹੈ, ਜਾਂਦੀ ਹੈ, ਤਾਂ ਉਹ ਭੜਕ ਜਾਂਦੇ। ਕਿਉਂ? ਜਦੋਂ ਹਿੰਦੂ ਨਹੀਂ ਭੜਕ ਰਹੇ ਤਾਜੀਆ ਦੇ ਜਲੂਸ 'ਚ, ਮੁਹਰਮ ਦੇ ਜਲੂਸ 'ਚ, ਉਹਨਾਂ ਦੇ ਈਦ 'ਚ, ਬਕਰੀਦ 'ਚ, ਤਾਂ ਤੁਸੀਂ ਕਿਉਂ ਭੜਕ ਜਾ ਰਹੇ ਹੋ?
ਤੁਹਾਡੇ ਤੇ ਕੀ ਹੋ ਗਿਆ? ਵੈਸੇ ਵੀ ਸਾਡਾ ਦੇਸ਼ 2 ਨੇਸ਼ਨ ਥਿਊਰੀ ਦੇ ਉੱਤੇ ਬਣਿਆ ਹੋਇਆ। ਜਦੋਂ ਅਸੀਂ 15 ਅਗਸਤ 1947 'ਚ ਆਜ਼ਾਦ ਹੋਏ ਤੇ ਇਸ ਥਿਊਰੀ ਤੇ ਦੇਸ਼ ਬਣਿਆ ਕਿ ਇੱਥੇ ਜਿਹੜਾ ਹੈ ਮੁਸਲਮਾਨ ਪਾਕਿਸਤਾਨ 'ਚ ਜਾਣਗੇ, ਬਾਕੀ ਹਿੰਦੂ ਸਿੱਖ ਜਿਹੜਾ ਉਰੇ ਰਹਿ ਜਾਣਗੇ। ਫਿਰ ਵੀ ਜੇ ਮੁਸਲਮਾਨ ਉਰੇ ਰਹਿ ਗਏ ਤੇ ਇਹ ਕਿਹਾ ਗਿਆ ਵੀ ਸਾਡੇ ਦੇਸ਼ ਜਿਹੜਾ ਹੈ ਧਰਮ ਪੰਥ ਨਿਰਪੇਖ ਹੈ ਔਰ ਸੰਵਿਧਾਨ ਦੇ ਅਨੁਸਾਰ ਚੱਲੇਗਾ। ਤਾਂ ਉਰੇ ਅਧਿਕਾਰ ਹੈ ਤੁਹਾਨੂੰ ਰਾਸ਼ਟਰਪਤੀ ਬਣ ਜਾਓ, ਉਹਦੇ ਤੁਹਾਨੂੰ ਅਧਿਕਾਰ ਹੈ ਕਿ ਦੇਸ਼ ਦੇ ਸੁਪਰੀਮ ਕੋਰਟ ਦਾ ਜੱਜ ਬਣ ਜਾਓ। ਤੇ ਇਹਦਾ ਮਤਲਬ ਇਹ ਕਦੇ ਨਹੀਂ ਕਿ ਜਿੱਥੇ ਤੁਹਾਡੀ ਆਬਾਦੀ ਜ਼ਿਆਦਾ ਹੋਗੀ ਉੱਥੇ ਜੀ ਰਾਮਨੌਮੀ ਦੀ ਸ਼ੋਭਾ ਯਾਤਰਾ ਨਹੀਂ ਜਾਏਗੀ, ਜਿੱਥੇ ਤੁਹਾਡੀ ਆਬਾਦੀ ਜ਼ਿਆਦਾ ਹੋਗੀ ਉੱਥੇ ਹਨੂੰਮਾਨ ਜਨਮ ਉਤਸਵ ਨਹੀਂ ਮਨਾਇਆ। ਇਹਦਾ ਮਤਲਬ ਹੈ ਕਿ ਤੁਸੀਂ ਪੂਰੇ ਹਿੰਦੁਸਤਾਨ ਨੂੰ ਕਸ਼ਮੀਰ ਘਾਟੀ ਬਣਾ ਦੇਣਾ ਚਾਹੁੰਦੇ ਹੋ। ਇਹਦਾ ਮਤਲਬ ਹੈ ਕਿ ਤੁਹਾਡੀ ਸੋਚ ਹੈ ਕਿ ਤੁਸੀਂ ਹਿੰਦੁਸਤਾਨ ਨੂੰ ਪਾਕਿਸਤਾਨ ਬਣਾ ਦੇਣਾ ਚਾਹੁੰਦੇ ਹੋ। ਅਸੀਂ ਇਹ ਨਹੀਂ ਕਹਿ ਰਹੇ ਕਿ ਮੁਸਲਿਮ ਧਰਮ ਮਾੜਾ, ਇਹਨਾਂ ਨੂੰ ਖਤਮ ਕਰ ਦਿਓ, ਪਰ ਅਸੀਂ ਕਹਿ ਰਹੇ ਕਿ ਇਹ ਜਿਹੜਾ ਤਰੀਕਾ ਹੈ ਹਿੰਦੁਸਤਾਨ 'ਚ ਨਹੀਂ ਚੱਲੇਗਾ। ਦੂਸਰੇ ਧਰਮ ਦੇ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੋਚ ਆ ਸਕਦੀ ਹੈ, ਉਦੋਂ ਇੱਕ ਸਥਿਤੀ ਬੜੀ ਨਾਜ਼ੁਕ ਬਣ ਜਾਏਗੀ। ਉਸ ਚੀਜ਼ ਦੀ ਸਾਡੀ ਚੇਤਾਵਨੀ ਹੈ, ਬਾਜ਼ ਆ ਜਾਓ ਇਹਨਾਂ ਨੂੰ। ਪੰਜਾਬ ਦੀ ਗੱਲ ਕਰਦੇ ਨਾ ਆਪਾਂ, ਸੰਤ ਜਰਨੈਲ ਸਿੰਘ ਭਿੰਡਰਾਂ ਦੇ ਨਾਮ ਨੂੰ ਲੈ ਕੇ ਅਕਸਰ ਟਕਰਾਅ ਰਹਿੰਦਾ। ਆਪਾਂ ਨੂੰ ਕਿਉਂ ਨਹੀਂ ਕਾਨੂੰਨ ਤੇ ਛੱਡ ਦੇਣਾ ਚਾਹੀਦਾ? ਹਿੰਦੂ ਸੰਗਠਨ, ਕੁਛ ਸਿੱਖ ਸੰਗਠਨ ਵੀ ਹੈ, ਉਹਨਾਂ ਕਰਕੇ ਟਕਰਾਅ ਪੈਦਾ ਹੁੰਦਾ। ਨਹੀਂ, ਟਕਰਾਓ ਕੀ ਹੈ? ਤੁਸੀਂ ਸੰਤ ਕਹਿ ਰਹੇ ਹੋ, ਅਸੀਂ ਨਹੀਂ ਮੰਨਦੇ। ਤੁਹਾਡੀ ਵਿਚਾਰਧਾਰਾ ਸੰਤ ਮੰਨਦੀ ਹੈ, ਸਾਡੀ ਵਿਚਾਰ ਨਹੀਂ। ਟਕਰਾਓ ਵਿਚਾਰਾਂ ਦਾ, ਆਪਾਂ ਕੋਈ ਤਲਵਾਰ ਲੈ ਕੇ ਥੋੜੀ ਤੁਹਾਨੂੰ ਮਾਰਨ ਜਾ ਰਹੇ। ਲੇਕਿਨ ਤੁਸੀਂ ਸੰਤ ਕਹੋਗੇ, ਅਸੀਂ ਨਹੀਂ ਕਹਾਂਗੇ। ਤੁਸੀਂ ਕਹੋਗੇ ਜਰਨੈਲ ਸਿੰਘ ਭਿੰਡਰਾਲੇ ਬਹੁਤ ਮਾਨ ਸੀਗੇ, ਅਸੀਂ ਕਹਾਂਗੇ ਨਹੀਂ ਮਾਨ ਸੀਗੇ। ਤੁਸੀਂ ਜਦੋਂ ਦਰਬਾਰ ਸਾਹਿਬ ਦੀਆਂ ਪੌੜੀਆਂ 'ਚ DIG ਅਟਵਾਲ ਦੀ ਲਾਸ਼ ਗਿਰਾ ਦਿੰਦੇ ਹੋ, ਉਸ ਗੁਰੂ ਘਰ ਦੇ ਉਸ ਗੁਰਸਿੱਖ ਦੀ ਲਾਸ਼ ਗਿਰਾ ਦਿੰਦੇ ਹੋ ਜਿਹੜਾ ਕਿ ਉੱਥੇ ਮੱਥਾ ਟੇਕਣ ਗਿਆ, ਜਿਹਦੇ ਹੱਥ ਦੇ ਵਿੱਚ ਦੇਗ ਹੈ। ਤੇ ਇਹਦਾ ਮਤਲਬ ਹੈ ਤੁਸੀਂ ਗੁਰੂ ਘਰ ਨੂੰ ਵਰਤ ਰਹੇ ਹੋ ਕਤਲੋਗਾਰਤ ਦੇ ਲਈ। ਫਿਰ ਤੁਸੀਂ ਆਪਣੇ ਆਪ ਨੂੰ ਉਪਾਧੀ ਦਿਓ ਸੰਤ ਦੀ, ਤਾਂ ਸਾਡੇ ਵਿਚਾਰਧਾਰਾ 'ਚ ਸੰਤ ਨਹੀਂ ਹੁੰਦਾ। ਜੇ ਕੁਝ ਲੋਕਾਂ ਦਾ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ, ਜਿਹੜੀ ਆਮ ਜਨਤਾ ਦਾ ਦੇਸ਼ ਦੇ ਕਾਨੂੰਨ ਤੇ ਕਾਨੂੰਨੀ ਕਾਰਵਾਈ ਕਰਨੀ। ਆਮ ਜਨਤਾ ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੀ ਦਲੀਲ ਦਿਓਗੇ ਕਿ ਇਹ ਵਿਅਕਤੀ ਸੰਤ ਹੈ, ਤਾਂ ਸਾਡੇ ਜਿਹੜੀ ਟੀਨਏਜਰ ਹੈ ਉਹ ਕਹੇਗੀ ਇਹ ਸੰਤ ਹੁੰਦੇ ਆ। ਜੇ ਆਪਾਂ ਬੰਬ ਚਲਾਈਏ, ਜੇ ਆਪਾਂ ਹੈਡ ਗ੍ਰੇਨੇਡ ਚਲਾਈਏ, ਜੇ ਆਪਾਂ DIG ਨੂੰ ਗੋਲੀ ਮਾਰ ਦਈਏ ਗੁਰਦੁਆਰੇ ਦੀ ਪੌੜੀਆਂ ਦੇ ਅੰਦਰ, ਜਿਸ ਗੁਰੂ ਘਰ ਦੇ ਅੰਦਰ ਮਾਨਵਤਾ ਦਾ, ਭਾਈਚਾਰਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ, ਜਿੱਥੇ ਚਾਰੋਂ ਹੀ ਵਰਨਾਂ ਨੂੰ ਜਾਣ ਦੀ ਇਜਾਜ਼ਤ ਹੈ, ਉੱਥੇ ਤੁਸੀਂ ਗੋਲੀ ਬਾਰੂਦ ਇਕੱਠਾ ਕਰ ਰਹੇ ਹੋ, ਉੱਥੇ ਤੁਸੀਂ ਮੋਰਚਾਬੰਦੀ ਕਰ ਰਹੇ ਹੋ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਲੜਾਈਆਂ ਲੜੀਆਂ, ਇੰਨਾ ਉਹਨਾਂ ਨੇ ਆਪਣੇ ਪਿਤਾ ਜੀ ਦਾ ਬਲਿਦਾਨ ਦਿੱਤਾ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਗੁਰੂ ਤੇਗ ਬਹਾਦਰ ਜੀ ਦੇ ਉੱਥੇ ਜਾਂਦੇ ਆ, ਨਤਮਸਤਕ ਹੁੰਦੇ ਆ, ਜਿੱਥੇ ਉਹਨਾਂ ਦੀ ਹੱਤਿਆ ਕਰਨ ਦੇ ਉਹ ਦਿੱਤਾ ਗਿਆ। ਤੇ ਐਸੀ ਹਾਲਤ ਦੇ ਵਿੱਚ ਜਿਹੜੇ ਕੋਈ ਗਲਤ ਆਪਾਂ ਪ੍ਰਚਾਰ ਕਰਾਂਗੇ, ਉਹਦਾ ਵਿਰੋਧ ਕਰਨਾ ਸਾਡਾ ਸੰਵਿਧਾਨਿਕ ਅਧਿਕਾਰ ਹੈ। ਦੁਨੀਆ ਤੋਂ ਚਲਾ ਗਿਆ, ਉਹਦੇ ਵਾਸਤੇ ਤਾਂ ਵੈਸੇ ਟਕਰਾਅ ਹੋਣਾ ਨਹੀਂ ਨਹੀਂ, ਦੁਨੀਆ ਤੋਂ ਜੇ ਦੇਸ਼ 'ਚ ਕਾਨੂੰਨ ਦੀ ਲੜਾਈ ਲੜਨੀ ਚਾਹੀਦੀ ਹੈ। ਦੇਸ਼, ਮੈਂ ਕਹਿ ਰਿਹਾ, ਤੁਸੀਂ ਕਹ ਰਹੇ ਦੁਨੀਆ ਤੋਂ ਚਲੇ ਗਏ। ਜਦੋਂ ਕੋਈ ਉਹਦੀ ਇੰਟਰਪ੍ਰੀਟੇਸ਼ਨ ਗਲਤ ਕਰੇਗਾ, ਉਹਦੇ ਬਾਰੇ ਗਲਤ ਵਿਚਾਰ ਦੇਗਾ, ਤੇ ਜਿਵੇਂ ਤੁਹਾਨੂੰ ਵਿਚਾਰ ਦੇਣ ਦੀ ਆਜ਼ਾਦੀ ਹੈ, ਸਾਨੂੰ ਵੀ ਆਜ਼ਾਦੀ ਹੈ ਕਿ ਇਹ ਗਲਤ ਹੈ, ਇਹ ਠੀਕ ਨਹੀਂ ਹੈ। ਤੁਸੀਂ ਸੰਤ ਕਿਹਾ, ਮੈਂ ਤੁਹਾਨੂੰ ਥੋੜੀ ਰੋਕ ਸਕਦਾ, ਤੁਹਾਡੇ ਮੂੰਹ ਤੇ ਹੱਥ ਨਹੀਂ ਰੱਖਣਾ, ਪਰ ਮੈਂ ਕਹਿਣਾ ਵੀ ਸੰਤ ਨਹੀਂ ਹੈ, ਤੁਸੀਂ ਕਹਿਣਾ ਸੰਤ ਹੈ। ਤੇ ਇਹ ਆਪਣੇ ਵਿਚਾਰਾਂ ਦਾ ਜਿਹੜਾ ਅੰਤਰ ਹੈ ਉਹ ਚੱਲ ਰਿਹਾ, ਇੱਥੇ ਤੱਕ ਠੀਕ ਹੈ। ਪਰ ਜੇ ਕੋਈ ਤੁਹਾਡੇ ਵਰਗਾ ਬੰਦਾ ਕਿਰਪਾਨ ਲਗਾਏ, ਪਵਨ ਗੁਪਤਾ ਜੀ, ਜੇ ਤੁਸੀਂ ਭਿੰਡਰਾਲ ਨੂੰ ਸੰਤ ਨਾ ਕਿਹਾ ਤੇ ਅਸੀਂ ਮਾਰ ਦਾਂਗੇ, ਵੀ ਤਾਲੀਬਾਨੀ ਰਾਜ ਥੋੜੀ ਹੈ। ਨਹੀਂ, ਉਹ ਦੋਨੋਂ ਤਰਫਾਂ ਹੀ ਮਿਲਦੇ ਆ, ਉਧਰੋਂ ਵੀ ਤੇ ਉਧਰੋਂ ਵੀ। ਤੁਸੀਂ ਕਹਿ ਰਹੇ ਹੋ, ਅਸੀਂ ਸੁਣ ਰਹੇ ਹਾਂ, ਅਸੀਂ ਕਹਿ ਰਹੇ ਤੁਸੀਂ ਸੁਣ ਰਹੇ ਹੋ। ਇਹ ਵਿਚਾਰਾਂ ਦੀ ਵਿਭਿੰਨਤਾ ਹੈ ਤੇ ਆਪਾਂ ਦੋਨੋਂ ਇੱਕ ਦੂਜੇ ਦੇ ਨਾਲ ਹੈਗੇ, ਠੀਕ ਹੈ ਨਾ। ਤੁਹਾਡੇ ਵਿਚਾਰ ਸੰਤ ਕਹਿ ਰਹੇ, ਮੇਰੇ ਵਿਚਾਰ ਕਾਤਲ ਕਹਿ ਰਹੇ, ਅਲੱਗ-ਅਲੱਗ ਵਿਚਾਰ ਹੈ। ਤੇ ਉਹ ਵਿਚਾਰਾਂ ਦੀ ਲੜਾਈ ਹੋ ਰਹੀ ਹੈ। ਤੁਸੀਂ ਵੀ ਕਹਿ ਸਕਦੇ ਹੋ, ਮੈਂ ਵੀ ਕਹਿ ਸਕਦਾ, ਪਰ ਜਿਸ ਦਿਨ ਤੁਸੀਂ ਕਿਰਪਾਨ ਚੱਕ ਲਓਗੇ ਤੇ ਮੈਨੂੰ ਕੋਈ ਅਪੀਲ ਕਰੇ ਵੀ ਨਾ ਚੱਕੋ, ਇਹ ਹੋ ਨਹੀਂ ਸਕਦਾ। ਪ੍ਰਧਾਨ ਜੀ, ਤੁਸੀਂ ਭਿੰਡਰਾਂ ਵਾਲੇ ਨੂੰ ਕਾਤਲ ਕਹਿ ਰਹੇ ਹੋ, ਠੀਕ ਹੈ, ਪਰ ਮਤਲਬ ਜਿਹੜੀ ਜਾਣਕਾਰੀਆਂ ਤਾਂ ਇਹ ਕਹਿ ਰਹੀਆਂ ਕਿ ਉਹਨਾਂ ਤੇ ਕੋਈ FIR ਵੀ ਦਰਜ ਨਹੀਂ। ਕਿਹਨੇ ਕਿਹਾ FIR ਨਹੀਂ ਹੋਈ? ਮੈਂ ਚੈਲੰਜ ਕਰਦਾ, ਕਿਹਨੇ ਕਿਹਾ? ਲਾਲਾ ਜਗਤ ਨਾਰਾਇਣ ਜੀ ਦੇ ਮਰਡਰ ਦੀ FIR ਦਰਜ ਹੈ, ਉਹਦੇ 'ਚ ਗ੍ਰਿਫਤਾਰੀ ਹੋਈ ਚੰਦੂ ਕਲਾ ਤੋਂ। ਇਹ ਕਿੱਥੇ ਗਈ ਗ੍ਰਿਫਤਾਰੀ? ਇਹ FIR ਕਿੱਥੇ ਗਈ? ਖਾ ਗਏ ਆਪਾਂ ਇਹਨੂੰ? FIR ਲੱਭੀ ਨਹੀਂ, ਕਿਤੇ ਨਹੀਂ ਮਿਲੀ। ਨਹੀਂ, ਕਿਉਂ ਨਹੀਂ ਲੱਭੀ ਬਈ? ਸਾਹਮਣੇ ਲੱਭਣਾ ਤਾਂ ਹੁਣ ਤੁਹਾਡਾ ਕੰਮ ਹੈ, ਲੱਭ ਲਓ। ਮੈਂ ਤੁਹਾਨੂੰ ਦੱਸ ਰਿਹਾ, ਲਾਲਾ ਜਗਤ ਨਾਰਾਇਣ ਮਰਡਰ ਕੇਸ 'ਚ ਗ੍ਰਿਫਤਾਰੀ ਹੋਈ ਹੈ, ਉਹਨਾਂ ਦੀ ਫਾਇਰਿੰਗ ਹੋਈ ਗ੍ਰਿਫਤਾਰੀ ਦੇ ਟਾਈਮ ਮਹਿਤਾ ਚੌਕ ਦੇ ਅੰਦਰ। ਇਹ ਤਾਂ ਜਗ ਇਤਿਹਾਸ ਦੀਆਂ ਗੱਲਾਂ ਹੈਗੀਆਂ। ਇਹ ਜਿਹੜੇ ਲੋਕ ਦਲੀਲ ਦਿੰਦੇ ਕੋਈ FIR ਨਹੀਂ, ਕੋਈ ਟੈਰਰਿਸਟ ਨਹੀਂ, ਤੇ ਫਿਰ ਇੰਡੀਅਨ ਮਿਲਟਰੀ ਦੇ ਉੱਤੇ ਮੁਕੱਦਮਾ ਚਲਾਓ। ਇੰਡੀਅਨ ਮਿਲਟਰੀ ਕਿਉਂ ਮਾਰਨ ਚਲੀ ਗਈ ਜੋ ਟੈਰਰਿਸਟ ਹੀ ਨਹੀਂ ਸੀਗਾ? ਦੇਸ਼ ਦੇ ਸ਼ਾਸਕਾਂ ਨੇ ਕਿਉਂ ਫੈਸਲਾ ਕਰ ਲਿਆ ਵੀ ਦੇਸ਼ ਦੇ ਐਸਟੈਬਲਿਸ਼ਮੈਂਟ ਮੂਰਖ ਸੀਗੀ ਜਿਨ੍ਹਾਂ ਨੇ ਐਕਸ਼ਨ ਦਾ ਪਲਾਨ ਕਰਤਾ? ਤੁਹਾਡੇ ਕੋਲੇ ਵੀ ਤਾਂ ਐਵੀਡੈਂਸ ਹੋਣਾ ਚਾਹੀਦਾ ਵੀ FIR ਨੰਬਰ। ਮੈਂ ਤਾਂ FIR ਦੱਸਤੀ
ਕਿ ਲਾਲਾ ਜਗਤ ਨਾਰਾਇਣ ਮਰਡਰ ਕੋ ਦੇਖੋ ਜੀ, ਮੈਂ ਕੋਈ ਵਕੀਲ ਨਹੀਂ ਹੈਗਾ, ਜਿਹੜੀ ਮੇਰੀ ਵੈਬਸਾਈਟ ਤੇ FIR ਹੈ, ਮੈਂ ਤੁਹਾਨੂੰ ਇੱਕ ਕੋਟ ਕੀਤਾ ਕਿ ਲਾਲਾ ਜਗਤ ਨਾਰਾਇਣ ਮਰਡਰ ਕੇਸ 'ਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਜਿਹੜੇ ਵੀ ਕੋਈ ਪੱਤਰਕਾਰ ਭਾਈ ਆ ਉਹਨਾਂ ਨੂੰ ਪਤਾ ਗ੍ਰਿਫਤਾਰੀ ਹੋਈ ਹੈ, ਉਹਨਾਂ ਨੂੰ ਪਤਾ ਚੌਕ ਮਹਿਤਾ ਦੀ ਗ੍ਰਿਫਤਾਰੀ ਦੇ ਬਾਅਦ ਉੱਥੇ ਲਾਠੀ ਚਾਰਜ ਵੀ ਹੋਇਆ, ਗੋਲੀ ਵੀ ਚਲੀ। ਔਰ ਇਹ ਵੀ ਪਤਾ ਹੈ ਕਿ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਆ ਕੇ ਗ੍ਰਿਫਤਾਰੀ ਦਾ। ਇਹ ਤਾਂ ਜਗ ਇਤਿਹਾਸ ਦੀਆਂ ਗੱਲਾਂ, FIR ਹੋਈ ਹੈ, ਕਿਉਂ ਨਹੀਂ ਹੋਈ FIR?